ਦਰਸ਼ਕਾਂ ਦਾ ਸਵਾਗਤ ਹੈ ਜੀ ਇਨਫੋਟੇਨਮੈਂਟ ਜ਼ੋਨ ਦੇ ਵਿੱਚ। ਅੱਜ ਤੁਹਾਡਾ ਅਸੀਂ ਧਿਆਨ ਲੈ ਕੇ ਜਾਵਾਂਗੇ ਤੁਰੰਤ ਧਿਆਨ ਮੰਗਦੀਆਂ ਕੁਝ ਜਨਤਕ ਸਮੱਸਿਆਵਾਂ ਬਾਰੇ। ਸਾਡੀਆਂ ਕੁਝ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਜੇਕਰ ਸਰਕਾਰ ਚਾਹੇ ਤਾਂ ਸਹਿਜੇ ਹੀ ਹੱਲ ਕਰ ਸਕਦੀ ਹੈ। ਨਾ ਕੋਈ ਬਹੁਤੇ ਧਨ ਦੀ ਲੋੜ ਹੈ ਅਤੇ ਨਾ ਹੀ ਕੋਈ ਬਹੁਤੇ ਵੱਡੇ ਸਾਧਨ ਜੁਟਾਏ ਜਾਣ ਦੀ। ਜੇਕਰ ਲੋੜ ਹੈ ਤਾਂ ਬਸ ਇੱਛਾ ਸ਼ਕਤੀ ਦੀ। ਸਾਡੀ ਇੱਕ ਅਜਿਹੀ ਸਮੱਸਿਆ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਹੈ। ਅੱਜਕੱਲ ਸੜਕੀ ਸਫ਼ਰ ਇੰਨਾ ਜ਼ੋਖਮ ਭਰਪੂਰ ਬਣਦਾ ਜਾ ਰਿਹਾ ਹੈ ਕਿ ਜਦ ਤੱਕ ਘਰੋਂ ਬਾਹਰ ਗਿਆ ਵਿਅਕਤੀ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਸਾਰੇ ਘਰ ਵਾਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰਦੇ, ਆਪਣੀਆਂ ਗੱਡੀਆਂ ਨੂੰ ਅੰਨ੍ਹੇਵਾਹ ਚਲਾਉਂਦੇ ਹਨ ਅਤੇ ਜਿੱਥੇ ਉਹਨਾਂ ਦਾ ਜੀ ਕਰਦਾ ਹੈ ਉੱਥੇ ਹੀ ਆਪਣਾ ਵਾਹਨ ਰੋਕ ਕੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ। ਇਹ ਆਪਣੇ ਵਾਹਨਾਂ ਨੂੰ ਜਿਸ ਮਰਜ਼ੀ ਲੇਨ ਵਿੱਚ ਚਲਾਉਂਦੇ ਹਨ ਅਤੇ ਜਿੱਥੇ ਮਰਜ਼ੀ ਮੋੜ ਲੈਂਦੇ ਹਨ। ਇਹਨਾਂ ਲਈ ਕੋਈ ਵੀ ਖੇਤਰ ਵਰਜਿਤ ਨਹੀਂ ਹੈ। ਬਹੁਤ ਸਾਰੀਆਂ ਸੜਕਾਂ ਤੇ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਹਨ ਕਿ ਲੋਕਾਂ ਨੇ ਉਹਨਾਂ ਸੜਕਾਂ ਦਾ ਨਾਮ ਹੀ ਖੂਨੀ ਸੜਕਾਂ ਰੱਖ ਦਿੱਤਾ ਹੈ। ਮੋਟਰਸਾਈਕਲਾਂ ਉੱਪਰ ਗਲੀਆਂ ਬਾਜ਼ਾਰਾਂ ਵਿੱਚ ਘੁੰਮਦੇ ਮਨਚਲੇ ਨੌਜਵਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਉਹ ਆਪਣੇ ਕੰਨਾਂ ਨੂੰ ਆਪਣੇ ਮੋਬਾਈਲ ਫੋਨ ਲਈ ਮੋਟਰਸਾਈਕਲਾਂ ਦੇ ਹਾਰਨਾਂ ਅਤੇ ਸਾਇਲੈਂਸਰਾਂ ਰਾਹੀਂ ਡਰਾਉਣੀਆਂ ਆਵਾਜ਼ਾਂ ਪੈਦਾ ਕਰਦੇ ਹਨ ਅਤੇ ਇਹਨਾਂ ਨੂੰ ਅੰਨ੍ਹੇਵਾਹ ਚਲਾ ਕੇ ਨਾ ਕੇਵਲ ਆਮ ਜਨਤਾ ਵਿੱਚ ਅਜਿਹਾ ਖੌਫ ਪੈਦਾ ਕਰਦੇ ਹਨ ਕਿ ਉਹ ਸੜਕ ਤੇ ਆਉਣ ਤੋਂ ਵੀ ਡਰਨ, ਸਗੋਂ ਆਪਣੀਆਂ ਜਾਨਾਂ ਵੀ ਖਤਰੇ ਵਿੱਚ ਪਾਉਂਦੇ ਹਨ। ਇਸ ਤਰ੍ਹਾਂ ਉਹ ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਲੱਤਾਂ ਬਾਹਾਂ ਭੰਨ ਜਾਂਦੇ ਹਨ ਅਤੇ ਉਤੋਂ ਉਹਨਾਂ ਨਾਲ ਗਾਲੀ ਗਲੋਚ ਵੀ ਕਰਦੇ ਹਨ। ਲੱਗਦਾ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਨਾ ਕਿਸੇ ਪੁਲਿਸ ਦੀ ਪਰਵਾਹ ਹੈ ਅਤੇ ਨਾ ਹੀ ਕਿਸੇ ਸਰਕਾਰ ਦਾ ਡਰ ਹੈ। ਇਹ ਸਮਝੋ ਬਾਹਰ ਹੈ ਕਿ ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਦੇ ਜਾਂ ਕਿ ਉਹ ਉਹਨਾਂ ਤੋਂ ਬਾਗੀ ਹਨ। ਆਮ ਲੋਕਾਂ ਲਈ ਇੱਕ ਬਹੁਤ ਵੱਡੀ ਸਮੱਸਿਆ ਆਵਾਰਾ ਪਸ਼ੂਆਂ ਨੇ ਪੈਦਾ ਕੀਤੀ ਹੋਈ ਹੈ। ਗਲੀਆਂ ਬਾਜ਼ਾਰਾਂ ਵਿੱਚ ਅਸੀਂ ਆਮ ਹੀ ਕੁੱਤਿਆਂ, ਗਊਆਂ, ਸੂਰਾਂ ਆਦਿ ਦੇ ਝੁੰਡ ਫਿਰਦੇ ਦੇਖ ਸਕਦੇ ਹਾਂ। ਇਹ ਆਵਾਰਾ ਪਸ਼ੂ ਇੱਕ ਪਾਸੇ ਟ੍ਰੈਫਿਕ ਵਿੱਚ ਵਿਘਨ ਪਾਉਂਦੇ ਹਨ ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਦੂਜੇ ਪਾਸੇ ਗੰਦਗੀ ਦਾ ਕਾਰਨ ਬਣਦੇ ਹਨ। ਇਹ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਵੀ ਬਹੁਤ ਉਜਾੜਾ ਕਰਦੇ ਹਨ। ਕਈ ਵਾਰ ਤਾਂ ਕੁੱਤਿਆਂ ਅਤੇ ਢੱਠੀਆਂ ਦੀ ਦਹਿਸ਼ਤ ਕਾਰਨ ਗਲੀ ਵਿੱਚ ਦੀ ਲੰਘਣਾ ਹੀ ਮੁਸ਼ਕਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੇ ਇਹਨਾਂ ਢੱਠੀਆਂ ਦੇ ਡਰ ਕਾਰਨ ਸਵੇਰ ਦੀ ਸੈਰ ਕਰਨੀ ਹੀ ਬੰਦ ਕਰ ਦਿੱਤੀ ਹੈ। ਆਵਾਰਾ ਕੁੱਤੇ ਬੱਚਿਆਂ ਦੇ ਮਗਰ ਪੈ ਜਾਂਦੇ ਹਨ ਅਤੇ ਉਹ ਵਿਚਾਰੇ ਚੀਕਾਂ ਮਾਰਦੇ ਹੋਏ ਇੱਧਰ-ਉੱਧਰ ਦੌੜਦੇ ਹਨ। ਮੋਟਰਸਾਈਕਲਾਂ ਅਤੇ ਸਕੂਟਰਾਂ ਵਾਲਿਆਂ ਦੇ ਪਿੱਛੇ ਪੈ ਕੇ ਇਹ ਉਹਨਾਂ ਦੇ ਐਕਸੀਡੈਂਟ ਕਰਵਾਉਂਦੇ ਹਨ। ਆਵਾਰਾ ਕੁੱਤੇ ਬਹੁਤ ਸਾਰੇ ਵਿਅਕਤੀਆਂ, ਖਾਸ ਕਰਕੇ ਬੱਚਿਆਂ ਦੀਆਂ ਜਾਨਾਂ ਦੇ ਦੁਸ਼ਮਣ ਸਿੱਧ ਹੋਏ ਹਨ ਅਤੇ ਆਵਾਰਾ ਟੱਠੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਵੀ ਕੀਤਾ ਹੈ। ਕਈ ਥਾਵਾਂ ਤੇ ਤਾਂ ਇਹਨਾਂ ਨੇ ਚੋਰਾਂ ਡਾਕੂਆਂ ਨਾਲ ਵੀ ਵੱਧ ਦਹਿਸ਼ਤ ਪੈਦਾ ਕੀਤੀ ਹੋਈ ਹੈ। ਸਰਕਾਰ ਨੇ ਵੱਖ-ਵੱਖ ਥਾਵਾਂ ਤੇ ਸਫਾਈ ਅਭਿਆਨ ਸ਼ੁਰੂ ਕਰਕੇ ਇੱਕ ਚੰਗੀ ਪਹਿਲ ਕਦਮੀ ਕੀਤੀ ਸੀ, ਪਰ ਹੁਣ ਇਹ ਅਭਿਆਨ ਵੀ ਠੁੱਸ ਹੋ ਕੇ ਰਹਿ ਗਿਆ ਹੈ। ਕੇਵਲ ਕਿਤੇ-ਕਿਤੇ ਕੁਝ ਉਪਚਾਰਕ ਜਿਹੀ ਕਾਰਵਾਈ ਹੋਈ ਹੈ ਅਤੇ ਬਾਕੀ ਸਭ ਕੁਝ ਜਿਉਂ ਦਾ ਤਿਉਂ ਕਾਇਮ ਹੈ। ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਅਤੇ ਲੋਕ ਪਹਿਲਾਂ ਵਾਂਗ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਅਭਿਆਨ ਨੂੰ ਆਦਤ ਵਿੱਚ ਬਦਲਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਫਾਈ ਕਰਮਚਾਰੀਆਂ ਦੀ ਕਾਰਜਸ਼ੈਲੀ ਵਿੱਚ ਕੋਈ ਤਬਦੀਲੀ ਆਈ ਹੈ। ਲੋੜ ਇਸ ਗੱਲ ਦੀ ਹੈ ਕਿ ਨਿਯਮਿਤ ਤੌਰ ਤੇ ਸਫਾਈ ਕਰਨ ਅਤੇ ਕੂੜੇ ਨੂੰ ਸਮੇਟਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਲੋਕਾਂ ਦੀ ਆਪਣੀ ਸੋਚ ਨੂੰ ਵੀ ਬਦਲਿਆ ਜਾਵੇ। ਸਾਡੀ ਲੋਕ ਮਾਨਸਿਕਤਾ ਦੀ ਇਹ ਇੱਕ ਬਹੁਤ ਵੱਡੀ ਵਿਡੰਬਨਾ ਹੈ ਕਿ ਜਦੋਂ ਕੋਈ ਦੂਜਾ ਵਿਅਕਤੀ ਕੋਈ ਗਲਤ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਰੱਜ ਕੇ ਬੁਰਾ ਭਲਾ ਕਹਿੰਦੇ ਹਾਂ, ਪਰ ਜਦ ਉਹੀ ਕਰਤੂਤ ਅਸੀਂ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਇਹ ਸੋਚਣ ਦੀ ਖੇਚਲ ਵੀ ਨਹੀਂ ਕਰਦੇ ਕਿ ਦੂਜੇ ਲੋਕ ਸਾਡੇ ਬਾਰੇ ਕੀ ਸੋਚ ਰਹੇ ਹੋਣਗੇ ਜਾਂ ਸਾਨੂੰ ਕੀ ਕਹਿ ਰਹੇ ਹੋਣਗੇ। ਲੋਕਾਂ ਲਈ ਇੱਕ ਹੋਰ ਸਮੱਸਿਆ ਮੁਹੱਲਿਆਂ ਅਤੇ ਬਸਤੀਆਂ ਵਿੱਚ ਖਾਲੀ ਪਏ ਪਲਾਟਾਂ ਦੀ ਹੈ। ਬਹੁਤ ਸਾਰੇ ਅਮੀਰ ਲੋਕ ਸਸਤੇ ਭਾਅ ਪਲਾਟ ਲੈ ਕੇ ਛੱਡ ਦਿੰਦੇ ਹਨ ਅਤੇ ਉਸ ਦੀ ਕੋਈ ਸਾਂਭ ਸੰਭਾਲ ਨਹੀਂ ਕਰਦੇ। ਇਹ ਪਲਾਟ ਨਾ ਕੇਵਲ ਗੰਦਗੀ ਦੇ ਘਰ ਬਣਦੇ ਹਨ, ਸਗੋਂ ਬਹੁਤ ਸਾਰੇ ਜ਼ਹਿਰੀਲੇ ਅਤੇ ਬਿਮਾਰੀਆਂ ਫੈਲਾਉਣ ਵਾਲੇ ਜਾਨਵਰਾਂ ਲਈ ਛੁਪਣਗਾਹਾਂ ਵੀ ਬਣਦੇ ਹਨ। ਇਹਨਾਂ ਪਲਾਟਾਂ ਵਿੱਚ ਬੇਤਹਾਸ਼ਾ ਜੰਗਲੀ ਘਾਹ ਫੂਸ ਅਤੇ ਝਾੜੀਆਂ ਦੀ ਹੋਂਦ ਕਾਰਨ ਇੱਥੇ ਮੱਖੀਆਂ, ਮੱਛਰ, ਚੂਹੇ, ਕੋਹੜ, ਕਿਰਲੇ ਅਤੇ ਸੱਪ ਆਦਿ ਪੈਦਾ ਹੁੰਦੇ ਰਹਿੰਦੇ ਹਨ। ਇਹ ਅਕਸਰ ਵਸਦੇ ਘਰਾਂ ਵਿੱਚ ਵੀ ਆ ਵੜਦੇ ਹਨ ਅਤੇ ਕਈ ਵਾਰ ਕਿਸੇ ਖਤਰਨਾਕ ਹਾਦਸੇ ਦਾ ਕਾਰਨ ਵੀ ਬਣਦੇ ਹਨ। ਬਹੁਤ ਸਾਰੇ ਗੈਰ ਜ਼ਿੰਮੇਵਾਰ ਲੋਕ ਇਹਨਾਂ ਪਲਾਟਾਂ ਵਿੱਚ ਆਪਣੇ ਘਰਾਂ ਦਾ ਕੂੜਾ ਕਰਕਟ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਆਂਢ ਗੁਆਂਢ ਵਿੱਚ ਰਹਿੰਦੇ ਲੋਕਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਇੱਕ ਹੋਰ ਸਮੱਸਿਆ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਉੱਚੀ ਆਵਾਜ਼ ਤੇ ਸਪੀਕਰ ਜਾਂ ਡੀਜੇ ਆਦਿ ਲਗਾ ਕੇ ਸਾਰੇ ਗਲੀ ਮੁਹੱਲੇ ਨੂੰ ਪਰੇਸ਼ਾਨ ਕੀਤੇ ਜਾਂਦੀ ਹੈ।
ਇਸ ਨਾਲ ਇੱਕ ਪਾਸੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਦਾ ਹੈ, ਦੂਜੇ ਪਾਸੇ ਲੋਕਾਂ ਦੀ ਸ਼ਾਂਤੀ ਇਸ ਕਦਰ ਭੰਗ ਹੁੰਦੀ ਹੈ ਕਿ ਉਹ ਅਗਲੇ ਦਿਨ ਵੀ ਆਪਣਾ ਕੰਮਕਾਜ ਠੀਕ ਤਰ੍ਹਾਂ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਜੋ ਹਾਲਤ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਹੁੰਦੀ ਹੈ, ਉਸ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਗਲੀਆਂ ਬਾਜ਼ਾਰਾਂ ਵਿੱਚ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਅਤੇ ਆਵਾਜਾਈ ਵਿੱਚ ਪਾਈਆਂ ਜਾਂਦੀਆਂ ਰੁਕਾਵਟਾਂ ਵੀ ਆਮ ਜਨਤਾ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਵੀ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਇਹ ਕੁਝ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੇ ਹੱਲ ਲਈ ਕੇਵਲ ਇੱਛਾ ਸ਼ਕਤੀ ਦੀ ਲੋੜ ਹੈ, ਧਨ ਦੀ ਨਹੀਂ। ਜੇਕਰ ਪ੍ਰਸ਼ਾਸਨ ਆਪਣੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਠਾਣ ਲਵੇ ਅਤੇ ਜਿੱਥੇ ਲੋੜ ਹੈ ਇਹਨਾਂ ਵਿੱਚ ਲੋੜੀਂਦੇ ਸੋਧ ਕਰ ਲਵੇ, ਫਿਰ ਕੋਈ ਕਾਰਨ ਹੀ ਨਹੀਂ ਹੈ ਕਿ ਇਹਨਾਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਨਾ ਕੀਤਾ ਜਾ ਸਕੇ। ਇਹਨਾਂ ਸੁਧਾਰਾਂ ਨਾਲ ਤਾਂ ਸਰਕਾਰੀ ਖਜ਼ਾਨੇ ਨੂੰ ਸਗੋਂ ਲਾਭ ਹੋ ਸਕਦਾ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾਣੇ ਚਾਹੀਦੇ ਹਨ ਅਤੇ ਕੰਨਾਂ ਨੂੰ ਮੋਬਾਈਲ ਲਾ ਕੇ ਆਪਣੇ ਵਾਹਨ ਚਲਾਉਣ ਵਾਲਿਆਂ ਦੇ ਮੋਬਾਈਲ ਜ਼ਬਤ ਕੀਤੇ ਜਾਣ। ਗਲੀਆਂ ਬਾਜ਼ਾਰਾਂ ਵਿੱਚ ਗੰਦ ਪਾਉਣ ਵਾਲੇ ਲੋਕਾਂ ਨੂੰ ਢੁਕਵੀਆਂ ਸਜ਼ਾਵਾਂ ਦਿੱਤੀਆਂ ਜਾਣ। ਆਪਣੇ ਖਾਲੀ ਪਲਾਟਾਂ ਦੀ ਸੰਭਾਲ ਨਾ ਕਰਕੇ ਦੂਜੇ ਲੋਕਾਂ ਲਈ ਮੁਸ਼ਕਲ ਪੈਦਾ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਜੋ ਆਪਣੇ ਇਹਨਾਂ ਪਲਾਟਾਂ ਦੀ ਨਿਯਮਤ ਤੌਰ ਤੇ ਸਫਾਈ ਨਾ ਕਰਵਾਉਣ, ਉਹਨਾਂ ਤੋਂ ਭਾਰੀ ਜੁਰਮਾਨੇ ਵਸੂਲ ਕੀਤੇ ਜਾਣ। ਆਵਾਰਾ ਪਸ਼ੂਆਂ ਪ੍ਰਤੀ ਜਜ਼ਬਾਤੀ ਪਹੁੰਚ ਤਿਆਗ ਕੇ ਵਿਵਹਾਰਕ ਪਹੁੰਚ ਅਪਣਾਈ ਜਾਵੇ ਅਤੇ ਇਹਨਾਂ ਦੀ ਉਚਿਤ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਸਿਰ ਪਾਈ ਜਾਵੇ ਜੋ ਇਹਨਾਂ ਦੀ ਹਿਮਾਇਤ ਤਾਂ ਕਰਦੇ ਹਨ ਪਰ ਵਿਵਹਾਰਕ ਤੌਰ ਤੇ ਕੁਝ ਨਹੀਂ ਕਰਦੇ। ਸਪੀਕਰਾਂ ਆਦਿ ਨੂੰ ਵਰਤੇ ਜਾਣ ਦਾ ਨਾ ਕੇਵਲ ਸਮਾਂ ਹੀ ਸੀਮਿਤ ਕੀਤਾ ਜਾਵੇ, ਸਗੋਂ ਵੱਧ ਤੋਂ ਵੱਧ ਆਵਾਜ਼ ਵੀ ਨਿਰਧਾਰਿਤ ਕੀਤੀ ਜਾਵੇ। ਇਸ ਤਰ੍ਹਾਂ ਹੀ ਗਲੀਆਂ ਬਾਜ਼ਾਰਾਂ ਅਤੇ ਸੜਕਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਸਖਤੀ ਨਾਲ ਹਟਾਇਆ ਜਾਵੇ ਤੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਠੱਲ ਪਾਈ ਜਾਵੇ। ਇਹਨਾਂ ਲਈ ਵਿੱਤੀ ਸਾਧਨਾਂ ਦੀ ਨਹੀਂ ਸਗੋਂ ਮਜ਼ਬੂਤ ਇਰਾਦੇ ਅਤੇ ਸਖਤੀ ਕੀਤੇ ਜਾਣ ਦੀ ਲੋੜ ਹੈ ਤੇ ਸਖਤੀ ਵੀ ਥੋੜੀ ਦੇਰ ਹੀ ਕਰਨੀ ਪਵੇਗੀ, ਕਿਉਂਕਿ ਜਲਦੀ ਹੀ ਲੋਕ ਅਜਿਹੇ ਅਨੁਸ਼ਾਸਨ ਦੇ ਆਦੀ ਵੀ ਹੋ ਜਾਣਗੇ ਤੇ ਉਹਨਾਂ ਦੀ ਜੀਵਨ ਜਾਂਚ ਦਾ ਹੀ ਇੱਕ ਹਿੱਸਾ ਬਣ ਜਾਵੇਗਾ। ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।